ਉਨੀ ਇਤਿਹਾਸ ਤੇ ਹਿਟਲਰ ਨੂੰ ਆਨਣਾ, ਹਿਟਲਰ ਨੂੰ ਮਾਤ ਪਾਏਗਾ ਤੇ ਔਰੰਗਜ਼ੇਬ ਵੀ ਪਿੱਛੇ ਰਹਿ ਗਿਆ, ਸਭ ਤੋਂ ਉੱਪਰ ਆਏਗਾ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਮੇਰੇ ਖਿਆਲ ਹਿਟਲਰ ਨੇ ਗੈਸਾਂ ਤੇ ਨਹੀਂ ਭੁੰਨਿਆ ਸੀ। ਇੱਕ ਦਿਨ ਦਾ ਬੱਚਾ ਵੀ ਨਹੀਂ ਮਾਰਿਆ ਸੀ। ਔਰੰਗਜ਼ੇਬ ਨੇ ਵੀ ਐਂਡ ਇੱਕ ਸਾਕਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਵੀ ਇੱਕ ਬੀਬੀ ਨੂੰ ਪਾਰ ਕੇ ਪਤੀ ਮਾਰਤਾ, ਸਹੁਰਾ ਮਾਰਤਾ, ਦਿਓਰ ਮਾਰ ਦਿੱਤਾ। ਭਜਨਪੁਰੇ ਦੀ ਗੱਲ ਆ। ਤੇ ਉਹਨੂੰ ਪਾਰਕ 'ਚ ਢੂਕ ਕੇ ਲੈ ਗਏ ਤੇ ਗਰਭਵਤੀ ਸੀ। ਨਵੇਂ ਉਹਦੇ ਰਾਡਾਂ ਪਾ ਕੇ ਅੰਦਰੋਂ ਬੱਚਾ ਕੱਢਿਆ ਵੀ ਇਹ ਅੱਤਵਾਦੀਆਂ ਨੂੰ ਜਨਮ ਦਿੰਦੀਆਂ ਨੇ। ਦੱਸਿਆ ਜਾਂਦਾ ਕਿ ਜਿੰਨੇ ਵੀ 1984 ਦੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਇਹ ਸਾਰਾ ਸੰਤਾਪ ਭੋਗਿਆ, ਉਹਨਾਂ ਦੀ ਬਾਂਹ ਇੱਥੋਂ ਦੇ ਜਥੇਬੰਦੀਆਂ ਨੇ, ਕਈ ਜਿੱਦਾਂ ਕਿ ਲੀਡਰ ਨੇ, ਸਿੱਖ ਕੌਮ ਦੇ ਲੀਡਰ ਨੇ, ਉਹਨਾਂ ਨੇ ਸਾਥ ਦਿੱਤਾ। ਕਿ ਤੁਹਾਡਾ ਵੀ ਕਿਸੇ ਨੇ ਸਾਥ ਦਿੱਤਾ ਸੀ? ਕਿਸੇ ਦਾ ਕਿੱਦਾਂ ਦਿੱਤਾ ਸਾਥ? ਮੈਨੂੰ ਦੱਸੋ। ਜਿਹੜੀਆਂ ਵਿਧਵਾ ਕਲੋਨੀ 'ਚ ਬੈਠੀਆਂ ਨੇ ਉਹਨਾਂ ਦੇ ਇੰਨੇ ਮੰਦੇ ਹਾਲ ਨੇ। ਜਦੋਂ ਵੀ ਨਵੰਬਰ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਤੁਹਾਡੇ ਜ਼ਖਮ ਉਸੇ ਤਰ੍ਹਾਂ ਹੀ ਤਾਜ਼ਾ ਹੋ ਜਾਂਦੇ? ਨਹੀਂ, ਰੋਜ਼ ਜ਼ਖਮ ਤਾਜ਼ਾ ਨੇ। ਨਵੰਬਰ 'ਚ ਥੋੜ੍ਹੀ ਆ। ਜਦੋਂ ਸਾਨੂੰ ਮੁਸੀਬਤਾਂ ਪਈਆਂ ਤੁਰੇ ਫਿਰਦੇ ਸੀ, ਜ਼ਖਮ ਤੇ ਉਦੋਂ ਹੀ ਨਸੂਰ ਬਣ ਚੁੱਕੇ ਸੀ। ਟੌਪ ਟੀਵੀ ਕੈਨੇਡਾ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੀ ਹਾਂ। ਨਵੰਬਰ 1984, ਜਦੋਂ ਵੀ ਨਵੰਬਰ 1984 ਦੀ ਗੱਲ ਆਉਂਦੀ ਹੈ ਤਾਂ 36 ਵਰਿਆਂ ਬਾਅਦ ਵੀ ਉਹ ਸਿੱਖ ਕਤਲੇਆਮ ਯਾਦ ਆਉਂਦਾ ਹੈ। ਸਿੱਖਾਂ ਦੇ ਮਨਾਂ ਵਿੱਚ ਅਜੇ ਵੀ ਉਹ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਵੀ ਨਵੰਬਰ 1984 ਆਉਂਦਾ। ਤੇ ਜੋ ਇਸ ਦੁਖਾਂਤ ਤੋਂ ਵਾਪਰੇ, ਜਿਨ੍ਹਾਂ ਨਾਲ ਇਹ ਹੱਡਬੀਤੀ ਹੋਈ, ਜਿਨ੍ਹਾਂ ਨਾਲ ਇਹ ਸਿੱਖ ਕਤਲੇਆਮ ਵਾਪਰਿਆ, ਉਹ ਅਜੇ ਵੀ ਉਹਨਾਂ ਦੇ ਪਰਿਵਾਰ 'ਚੋਂ ਕਈ ਮੈਂਬਰ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਵੀ ਗੱਲਬਾਤ ਕਰਨ ਲਈ ਪਹੁੰਚੇ ਹਾਂ। ਮਾਤਾ ਜਗਦੀਸ਼ ਕੌਰ ਜੀ, ਜਿਹੜੇ ਕਿ ਜਿਨ੍ਹਾਂ ਦੇ ਪਰਿਵਾਰ ਵਿੱਚੋਂ 5 ਮੈਂਬਰ ਉਹ ਸਿੱਖ ਕਤਲੇਆਮ ਦਾ ਸ਼ਿਕਾਰ ਬਣੇ, ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਟੌਪ ਟੀਵੀ ਕੈਨੇਡਾ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਮਾਤਾ ਜਗਦੀਸ਼ ਕੌਰ ਨੇ ਜਿਨ੍ਹਾਂ ਦੇ ਪਰਿਵਾਰ ਵਿੱਚੋਂ 5 ਮੈਂਬਰ ਸਿੱਖ ਕਤਲੇਆਮ ਦੇ ਵਿੱਚ ਮਾਰੇ ਗਏ। ਦਿੱਲੀ ਦੇ ਵਿੱਚ ਸਿੱਖ ਕਤਲੇਆਮ, ਦਿੱਲੀ ਦੇ ਰਹਿਣ ਵਾਲੇ ਮਾਤਾ ਜਗਦੀਸ਼ ਕੌਰ ਸੀਗੇ। ਹੁਣ ਇਸ ਸਮੇਂ ਉਹ ਅੰਮ੍ਰਿਤਸਰ ਵਿੱਚ ਰਹਿ ਰਹੇ ਨੇ ਤੇ ਆਪਣਾ ਜਿਹੜਾ ਜੀਵਨ ਹੈ ਇੱਥੇ ਬਤੀਤ ਕਰ ਰਹੇ ਨੇ। ਮਾਤਾ ਜੀ, ਪਹਿਲਾਂ ਆਪਾਂ ਗੱਲ ਕਰਦੇ 31 ਅਕਤੂਬਰ ਦੀ, ਜਦੋਂ ਇੰਦਰਾ ਗਾਂਧੀ ਮਾਰੀ ਗਈ, ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਇਹ ਸਿੱਖ ਕਤਲੇਆਮ ਸ਼ੁਰੂ ਹੋਇਆ? ਇਹ ਘਟਨਾ ਡਿਟੇਲ ਦੇ ਵਿੱਚ ਸਾਨੂੰ ਜ਼ਰੂਰ ਦੱਸੋ। ਪਹਿਲਾਂ 31 ਨੂੰ 9 ਵਜੇ ਮੈਨੂੰ ਪਤਾ ਲੱਗਾ, ਕੋਈ 10 ਵਜੇ ਦਾ ਟਾਈਮ ਸੀ। ਕੋਈ ਮੇਰੇ ਘਰ ਮਹਿਮਾਨ ਆਈ ਆ ਵੀ ਮੈਡੀਕਲ ਇੰਸਟੀਚਿਊਟ ਲਾਗੇ ਨਾ ਬੜੀ ਭੀੜ ਇਕੱਠੀ ਹੋਈ ਆ ਤੇ ਇੰਦਰਾ ਗਾਂਧੀ ਨੂੰ ਆਂਦੇ ਗੋਲੀ ਮਾਰੀ ਗਈ ਆ। ਪਤਾ ਨਹੀਂ ਮਰ ਗਈ ਹੈ ਜਾਂ ਹੈਗੀ ਆ, ਪਰ ਭੀੜ ਬੜੀ ਇਕੱਠੀ ਹੋਈ ਹੈ। ਉਦੋਂ ਪਤਾ ਨਹੀਂ ਸੀ ਕਿੰਨੇ ਗੋਲੀ ਮਾਰੀ ਆ ਜਾਂ ਅਜੇ ਕੋਈ 11 ਵਜੇ ਡਿਕਲੇਅਰ ਕੀਤੀ ਆ ਵੀ ਉਹਦੀ ਡੈਥ ਹੋ ਗਈ। ਤੇ ਫਿਰ ਆਫਿਸ ਬੰਦ ਹੋ ਗਏ ਤੇ ਮੇਰਾ ਹਸਬੈਂਡ ਵੀ ਘਰ ਆ ਗਿਆ ਦਫ਼ਤਰ ਤੋਂ, ਕਾਲਜ ਬੰਦ ਹੋ ਗਏ, ਬੇਟਾ ਵੀ ਘਰ ਆ ਗਿਆ ਤੇ ਲੜਕੀਆਂ ਸੀ ਉਹ ਵੀ ਸਕੂਲ ਬੰਦ ਹੋ ਗਏ, ਉਹ ਵੀ ਸਾਰੇ ਘਰ ਆ ਗਏ। 31 ਤਰੀਕ ਬੜੀ ਆਰਾਮ ਨਾਲ ਸਾਡੇ, ਕਿਉਂਕਿ ਮੇਰਾ ਕੈਂਟ ਏਰੀਆ ਸੀ, 31 ਤਰੀਕ ਬੜੀ ਸੁੱਖ ਸਹਿਮਤੀ ਨਾਲ ਰਾਤ ਤੱਕ ਕਿਸੇ ਦੀ ਨਾ ਕੋਈ ਕਿਸੇ ਵੱਲ ਵੇਖ ਮਾਰ ਧਾੜ ਸੀ, ਨਾ ਕੋਈ, ਆਰਾਮ ਨਾਲ ਭਾਈਚਾਰਾ ਜਿਸ ਤਰ੍ਹਾਂ ਕਾਇਮ ਸੀ ਉਸੇ ਤਰ੍ਹਾਂ। ਜਦੋਂ ਰਾਤ ਪਈ ਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਗਿਆ ਤੇ 1 ਨਵੰਬਰ 1984 ਨੂੰ 9 ਵਜੇ ਕਤਲੇਆਮ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਇਹ ਪਤਾ ਲੱਗਾ ਵੀ ਇੱਕ ਐਡਵੋਕੇਟ ਸੀ ਮੇਰੇ ਬੇਟੇ ਦਾ ਦੋਸਤ, ਉਹ ਦੌੜਾਇਆ 9 ਵਜੇ ਘਰ 1 ਨੰਬਰ ਨੂੰ ਵੀ ਆਂਟੀ ਗੁਰਪ੍ਰੀਤ ਕੋ ਤੇ ਅੰਕਲ ਕੋ ਬਾਹਰ ਮਰ ਨਿਕਲਣੇ ਦੇਣਾ, ਬਾਹਰ ਸਿੱਖੋਂ ਕੋ ਮਾਰ ਰਹੇ ਆ। ਤੇ ਮੈਂ ਕਿਹਾ ਉਹ ਛੱਤੀਸਗੜ੍ਹ ਨੂੰ ਅਸੀਂ ਸਿੱਖਾਂ ਨੇ ਕਈ ਗੱਲਾਂ ਬਣਾਉਂਦਾ ਰਹਿੰਦਾ ਹੁੰਦਾ ਸੀ। ਮੈਂ ਕਿਹਾ ਸ਼ਾਇਦ ਅੱਜ ਫਿਰ ਉਹੀ ਗੱਲ ਆਇਆ। ਮੈਂ ਕਿਹਾ ਅੱਜ ਫਿਰ ਕੁਛ ਆਇਆ ਨਾ? ਨਾ ਆਂਟੀ, ਅੱਖਾਂ 'ਚ ਆਂਸੂ ਭਰ ਕੇ ਆਂਦਾ, ਨਾ ਆਂਟੀ मैं आज आँखों से देख के आया जो मिलिट्री वाले पिछों छुट्टी जा रहे हैं ਜਾਂ छुट्टी ਤੇ ਵਾਪਸ ਘਰ ਨੂੰ ਜਾ ਰਹੇ ਆ ਜਾਂ ਆਪਣੀ ਡਿਊਟੀ ਤੇ ਬਦਲੀ ਹੋ ਰਹੀ ਆ, ਉਹ ਆਉਣ ਡਏ ਸੀ ਤੇ ਪਾਲਮ ਸਟੇਸ਼ਨ ਤੋਂ ਉਤਾਰ ਕੇ ਸਿੱਖ ਮਿਲਿਟਰੀ ਵਾਲਿਆਂ ਨੂੰ ਅੱਗਾ ਲਾ ਕੇ ਤੇ ਗੱਡੀ ਦੇ ਅੱਗੇ ਸੁੱਟ ਰਹੇ ਨੇ। ਤੁਹਾਡੇ ਪਤੀ ਮਿਲਟਰੀ ਦੇ ਵਿੱਚ ਕੰਮ ਕਰਦੇ? ਆਰਮੀ 'ਚ ਸੀ, AME 'ਚ ਇੰਜੀਨੀਅਰ ਲੈਣ ਦੇ, ਗਨ ਫਿਟਰ, ਗੰਨਾਂ ਬਣਾਉਂਦੇ ਸੀ।
ਤੇ ਜਦੋਂ ਇਹ ਕਤਲੇਆਮ ਸ਼ੁਰੂ ਹੋਇਆ ਤੁਸੀਂ ਕਿਹੜੀ ਕਲੋਨੀ ਦੇ ਵਿੱਚ ਰਹਿੰਦੇ ਸੀ? ਮੈਂ ਕੈਂਟ ਏਰੀਆ ਰਾਜਨਗਰ ਸੀ, ਪਾਲਮ ਕਲੋਨੀ ਕੈਂਟ ਏਰੀਆ ਦੇ ਵਿੱਚ ਸੀ। ਕੀ ਤੁਸੀਂ ਆਪਣੇ ਪਤੀ ਦਾ ਤੇ ਆਪਣੇ ਬੱਚੇ ਦਾ ਕਤਲ ਆਪਣੀ ਅੱਖਾਂ ਨੂੰ ਦੇਖਿਆ? ਉਹਨਾਂ ਨੂੰ ਡਰ ਕਰਦਾ ਸੀ। 9 ਵਜੇ ਉਹਨਾਂ ਕਤਲੇਆਮ ਸ਼ੁਰੂ ਕਰਤਾ 1 ਤਰੀਕ ਨੂੰ, ਤੇ ਸਾਡੇ ਪਾਸੇ ਜਿਵੇਂ ਸ਼ਾਂਤੀ ਸੀ, ਆਰਮੀ ਮਰਦੀ ਸੁਣੀ ਸੀ। ਹੌਲੀ 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 ਅੱਗ ਫੈਲ ਗਈ, ਤੇ ਪਰਲੇ ਪਾਸੇ ਨਜਫਗੜ੍ਹ ਵੱਲ ਨਾ ਬੰਗਲੇ, ਜਿੱਦਾਂ ਹੁਣ ਰਿਟਾਇਰ ਮਿਲਟਰੀ ਅਫਸਰ ਜਿਹੜੇ ਆਪਣੇ ਪਾਸੇ ਉੱਧਰ ਹੀ ਕੋਠੀਆਂ ਕਾਠੀਆਂ ਬਣਾ ਲੈਂਦੇ ਨੇ, ਖੁੱਲੀ ਜਗ੍ਹਾ 'ਤੇ ਪਸੰਦ ਹੀ ਸੀ ਉਹਨਾਂ ਨੂੰ। ਅਤੇ ਉਹਨਾਂ ਦੇ ਘਰਾਂ ਨੂੰ ਅੱਗਾਂ ਲੱਗੀਆਂ, ਲਾੜੀਆਂ ਬੜੀਆਂ ਬੜੀਆਂ ਲਾਈਟਾਂ ਨਿਕਲਣ ਲੱਗੀਆਂ, ਗੱਡੀਆਂ ਸੜਦੀਆਂ, ਪਤਾ ਨਹੀਂ ਕੀ ਕੁਛ। ਫਿਰ ਅਸੀਂ ਗਲੀ ਮੁਹੱਲੇ ਸਾਡੇ ਵਿੱਚ ਸ਼ਾਂਤੀ ਸੀ। 11-12 ਵਜੇ ਦਾ ਟਾਈਮ ਹੋਇਆ, ਅਤੇ ਪਿੱਛੋਂ ਨਾਅਰੇਬਾਜ਼ ਆਉਣ ਲੱਗ ਪਈ, मारो मारो इन गिरदारों को, मारो अतवादियों को, मारो इन नागों को, मारो एक भी सिख जिंदा नहीं छोड़ेंगे, मारो इन्होंने हमारी माँ को मार दिया। बस इस तरह तो वो काका खलोता सी मेरे को, ते आंदा मम्मी ढिल्लों साहब की कोठी में अग लग गई है पीछे, तो हुण साडी वारी आ, तो तुसीं इस तरह करो भी भैणां नूं ना पंडितां दे घर पहुँचा दिओ। मैं लागे पंडितां दा घर सी, बेटियां नूं उधर नूं दौड़ के छड्ड आई। ਤੇ ਛੋਟਾ ਕਾਕਾ ਮੇਰੇ ਕੋਲ ਖਲੋਤਾ ਸੀ, ਭਾਵੇਂ ਉਹਨੂੰ ਨਾ ਛੱਡ ਦਿਓ। ਮੁੰਡਾ ਤੇ ਇੱਕ ਵੇਖ ਲੈਂਦੇ ਵੀ ਇਹ ਲੜਕਾ ਆ, ਇੱਕ ਦਿਨ ਦਾ ਵੀ ਨਹੀਂ ਛੱਡਦੇ, ਮਾਰ ਦਿੰਦੇ ਸੀ ਗੈਸਾਂ ਤੇ ਭੁੰਨੇ। ਤੇ ਮੈਂ ਉਹਨੂੰ ਵੀ ਜਰਾ ਪੰਡਤਾਂ ਦੇ ਘਰ ਛੱਡ ਕੇ ਮੈਂ ਆਪਣੇ ਘਰ ਆ ਗਈ। ਉਹਨੇ ਚਿਰ ਨੂੰ ਬਸ ਮਾਰੋ ਮਾਰੋ ਦੀ ਆਵਾਜ਼ ਆਉਣ ਡਿਆ ਪਈ, ਆ ਚਾਰੋਂ ਤਰਫ ਕੋਠੀ ਨੂੰ ਘੇਰਾ ਪੈ ਗਿਆ। ਤੇ ਸਭ ਤੋਂ ਪਹਿਲਾਂ ਲੀਡਰ ਲੋਕ ਜਿਹੜੇ ਨੇ ਉਹ ਗੇਟ ਅੱਗੇ ਆਣ ਕੇ ਖੜੇ ਹੁੰਦੇ ਸੀ, ਉਹ ਨਿਸ਼ਾਨਦੇਹੀ ਕਰਦੇ ਵੀ ਇਹ ਸਿੱਖਾਂ ਦਾ ਘਰ ਆ। बस समझ नहीं पई, वो हनेरी वांगू आ गए टुट। मैं तो आख्या चल लुट मार करते होंगे। मैं काका ने आख्या आम करके फिर मुकाबला करना। मैं कहा नहीं, बड़ी भीड़ है, मुकाबला किदा करना, चुप करके एक बन्ने खलो जाओ। मेरे सानू ऐसे भी लुटणगे मारनगे, लुट के लै जाएंगे, सानू ये नहीं पता भी वो तो मारने सिखा डे ने। बस वो काका बड़ा जवान सी, वो पिछले पासे खलोता आउंदी वो जी भीड़ सी, ओनू मारन लग पई। ते मेरा हसबैंड इधर जरा कि ड्राइंग रूम भज्या, तो मुंडा जवान से थोड़ा जिहा छट्टर चौके दे थोड़ा नशा आउंदियां नूं ये लीडर लोग जिहड़े अगे खलोते हत्थां च कैनियां सी, उन्हां जिहड़ियां अटैचमेंट हुंदी सी एक दूजे सड़कां नूं विचों दी, उधरले पासे ग्रुप खलो जांदे फिर जे कोई नस्सेगा तो असीं मारांगे। बस वो मुंडे दे ते उन्होंने मिट्टी थोड़ा जिहा मार के ते मिट्टी का तेल पा के अग ला के उत्थे ढेरी कर अग लाती। सामने उन्होंने डर किहदा सी, किस चीज़ का डर सी? उन्होंने तो खुली छुट्टी सी। ते अपनी अखां दे सामने सारा कुछ मैं तो पिछे दौड़ी फिरदी सी। मेरे हसबैंड नूं ते इन्नियां उन्हां चोटां दित्तियां सी जिन्ना किसी दवाने च मोरियां कीतियां, गिणती चोटां सी, खून सारा ड्राइंग रूम होया सी। फिर वो कतल करके लुट मार करके चले गए, तो वो सामने गेट के सामने मुंडा पिया सी। ते मैं फिर दौड़ी दौड़ी गई, अजे स्वास चलते सी। मैं आवाज़ मारी, गुरप्रीत बेटा मैं हुण तेरी माँ नहीं, बिल्कुल मोह च नहीं जाना, मैं बिल्कुल तेरा मेरा नाता टुट चुका है। मैं वाहिगुरु आख, तू कलगी वाले दा पोते बाजा वाले दा ध्यान कर, गुरु नानक दे चरनां दा ध्यान कर, वाहिगुरु बोल वाहिगुरु। बस मैं रौली पाई, मैं कहा मैनूं पानी दिओ, पानी दिओ। कोई जग च पानी लियाई, मैं मूँह च पानी पाया, जो बाकी स्वास से पूरे हो गए। हुण उत्थे तो धरती भी मारदी, आकाश भी मारदा, साडे तक दीवारां भी वैरी होईयां पईयां ने। हुण वो चकावे कौन? वो एक ओही एडवोकेट जिहड़ा सवेरे आया सी, वो तो एक मेरा भरा पहले मुन्ना मामा जी का लड़का, उन्होंने सिर वाया। मैं दौड़ी दौड़ी घरों आई, छोटी जी मंजी खड़ी, तो चारपाई दे उत्ते ओहदे मैं पैरां वल्लों फड़िया, उन्होंने इधरों सिर वाले पासे फड़िया, तो बड़ी मुश्किल एडा जवान से हौली ना मंजी ते रखिया। तो मैं पैन वालों फड़िया, उन्हें सराहने वालों थोड़ा जिहा गेट के अंदर कर लिया। फिर 6 बजे ते पुलिस चौंकी गई हाँ भी मेरा घर लुट लिया, मेरे हसबैंड मार दिता, मेरा पति मार दिता। तो एक सही से मैनू झिटकन लगा ना, भाग भाग जहाँ से भाग गया, पति मर गया, बेटा मर गया, तो क्या हो गया? अभी तो बहुत मरेंगे, अभी तो बहुत मर रहे हैं, जब सब मर जाएंगे इकट्ठा होगा किस किस की सुनेंगे। तो फिर मैं अपने घर आ गई। 6 बजे घर आई, तो जो पंडितां ने मेरे बच्चे धक्के मार के घरों बाहर कढ़ दिते गुआंढियां ने। तो मैं क्या क्यों आ गए हो? जब कातल फिरदे ने
ਹਲਾ ਹਲਾ ਕਰਦੇ ਤੇ ਤੁਹਾਨੂੰ ਮਾਰ ਦੇਣਗੇ, ਕਿਉਂ ਆ ਗਏ ਹੋ? ਆਂਦੇ ਮੰਮੀ ਉਹਨਾਂ ਦੇ ਧੱਕੇ ਮਾਰ ਕੇ ਕੱਢ ਕੇ ਤੇ ਵੱਡੀ ਬੇਟੀ 12.5 ਸਾਲਾਂ ਦੀ ਉਹਨਾਂ ਅੰਦਰ ਕੁੰਡਾ ਮਾਰ ਲਿਆ। ਫਿਰ ਮੈਂ ਦੁਆਰ ਦੇ ਨਾਲ ਨਾਲ ਹੋ ਕੇ ਮੈਂ ਘਰ ਆ ਜਾਓ, ਉਹ ਸ਼ੀਸ਼ਾ ਪਿਆ ਸੀ ਖਲਾਰਾ, खून खून होया। ते निक्का बेटा रोन लगा भी हाय भैया कौन बनेगा डैडी। मैं कि चुप चुप, मैं डैडी मैं भैया उत्ते चल जाओ कोठे ते, जे कातल फिरन रहे ने। बस उन्होंने रात दे 7-8 बजे सी उत्ते रजाई दे के बच्चों कोठे ते लटाई ते आप फिर थले आ गई। सारी रात मेरे भरा सामने एक लीडर धी दे घर लुके सी, सारी रात उनका दरवाजा पाते रहे। फिर ठेकेदार गए नहीं कितने, इत्थे ही है ठेकेदार, आंढी गुआढ़ी सारे। वो कभी इस पासे कमरे वड्डी कोठी, कभी इधर चले जान। बस दिन चढ़िया, कभी वो सामने उन्होंने पता तो लगन डा फिर मारे गए, सामने वेखते भी सी पर वो लुके सी। वो सामने सवेरे सवेरे उत्ते के मेरे एक भरा ने आम करके किया, मैं वो किया भी लोग जो तन तो लभन डे ने। पर 2 तरीक नूं कभी अपने प्यो दे अपने पति दे कोल बह के पाठ करवा, कभी बेटे को, तो कभी अपने प्यो नूं सरदार भगत सिंह नूं आखा। फ्रीडम फाइटर सी मेरा पिता जी, बड़ा इतिहास आ, जेलां कट्टियां, पता नहीं किन्ने के जुर्माने भरे। तो ना आखा भी केड़ी आज़ादी लैके दे गए, बर्बादी दे गया, किनू वतन कहिए, साडा तो कोई वतन ही नहीं है ना, किसको वतन के। कभी भगत सिंह सरदार भगत सिंह आखा भी आज़ादी का नाम मिला, सजाए मौत केड़ा नाम मिले। चलो उन्हें चिर मेरे भरावां ने कोठे तो छा मार दी, एक वड्डे ने सामने। वो कातल नाश्ता करन चल गए 2 तरीक नूं, इधर उधर, तो निक्कियां ने पिछले पासे नूं मारी। बस छा मार दी सी, उन्होंने दवाई देती। ठेकेदार पाचले MES के ठेकेदार सी, आर्मी के भी ना चले। वो घर तो निकले कैनियां लैके तेल दियां थोड़ियां जिहियां डांगा मार के मेरे वड्डे भरा मेरी अखां दे सामने उत्थे अग ला के ढेरी कर दिता। एक पिन जज टाप कोई बन जाता, बड़ा जवान सी। ते छोटे पिछे नूं दौड़िया ते अज नूं हुण कैप्टन भारतमाल नूं हुण बरकैद होई ही, इन्हें गोली मारती उन्होंने दोनों। बस वो भी दोवें ढेरी हो गए, उन्होंने अग ला के उत्थे साड़ता। फिर दिन चढ़िया तो मैं क्या भी हूँ बच्चों लगा के बुखारी जही दे विच, ते मैं क्या हूँ जावा, हूँ उन्होंने आखा पुलिस आया कि जालवा हूँ तो बहुत मर गए, हूँ तो ढेर लग गए ने, हूँ तो सुनो किसी की गल, क्योंकि आज दूसरा दिन हो गया डेड बॉडी पईयां सी, कोई पुछदा भी नहीं सी। इस तरह सी रस्ते च एक मीटिंग जी होण डई सी, तो उत्थे भीड़ जी थोड़ी जी जाटां दी इकट्ठी होई सी, ते पुलिस की गड्डी भी उत्थे सी। तो मैं उधर नूं हो गई बई इत्थे उत्थे किते उत्थे तो होना ही नहीं कोई, तो इत्थे शिकायत करनी। जदों शिकायत की तो थोड़े जे जाट खलोते सी, उत्थे आए MP आया, सज्जन कुमार आया सी, ते इन्हें उधरों निकल के जीप की गड्डी ते खलो के आख्या भी सिख साड़ा एक नहीं बचना चाहिए, तो जिन्हें हिंदुओं ने अपने घर लकाए ना सिख उन्होंने घर भी चलाओ तो उन्होंने कोई मारो। पर सब ने कढ़ दिते, जिहदे घर भी सी उन्होंने कढ़ दिते। तो मैं फिर जिदा उन्हें एक पखंड जहा बनाया फिर उत्ते हारन लाया तो माइक लाया सी, वो तो आके चले गया। तो SHO तुर पिया, देखते गोली मार देंगे, कर्फ्यू लग गया। वो लम्बे रस्ते आया, सड़क होंगी, तो मैं एक निक्का रस्ता सी उधर नूं दौड़ के अपने कोठी के सामने जदों आई ना इत्थे, तो SHO साहब आ गए मेरे घर के सामने। तो जेडे कातल सी वो इधर उधर नसन लगे भी कर्फ्यू लग गया शायद। तो मेरे दरवाजा अगे खलो के खिड़खड़ा के हसदा आंदा, करो 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 शाबाश, कितने मुर्गे पूंज लिए। SHO सब कह रहा है, हसदा नाल ते नाल कह रहा है। पुलिस प्रशासन दे अंदर ये सारा उन्हां दे गए, वो तो ना ही सी। वो बस फिर वो चले गया, आके 3 भरा मारे गए सी। वो एक फिर उन्हें चलू ना 2 तरीक 12 बजे का टाइम होना वा, बारे ना एक मेजर जादों ते एक 6 रेजिमेंट की एक जीप सी, वो आया लैन आया। तो उन्हें फिर वो मेरे भरावां दा MES का सी ना, तो वो उन्हों का दोस्त सी। उन्हें सुन लिया भी मारे गए ने 3-5 तो जीप च आखन 2 भाबियां मेरियां सी विधवा, एक तो विआहण होया सी, तो 2 भाबियां सी। उन्होंने लिया लभ के, तो मैनू भी आखन लगे मेजर साहब भी बैठो जीप पे, मेरे बच्चे भी आखन लगे बिठाओ, तो चलो हुण परेड ग्राउंड। मैं क्या घर डेड बॉडियां पईयां ने, मैं नहीं जाना, मैं संस्कार करना।
नहीं, कहने लगे बहन जी तो आपकी कोई सुनता ही नहीं है, तो 2 दिन हो गया, तो तुसी मिलिट्री वाले अपना आदमी चुक लेंगे, तुसी अपने ऑफिस जाके आखो। मैं फिर जीप च बैठ गई। चलो मैंने परेड ग्राउंड लै गया, मैं बच्चे भी परेड ग्राउंड च छड्ड दित्ते भी जींदी मोड़ आई तो लै लांगी, ना आई भाई तो कोई मिलिट्री वाला लै जाएगा। फिर मैं वो मैनू एक मेजर पाटिया सी, वो मैनू सिविल गड्डी सी, सिविल ओहदी ड्रैस सी, वो मैनू बिठा के ते उत्थे आर्मी ऑफिस लै गया। तो वो फिर उत्थे अंदर कोई जा नहीं सकता जिन्ना चर पास ना होवे। मैनू तो उन्हें वेटिंग रूम च दरवाजे लागे बिठाता, तो आप चक्कर लाउन गया ऑफिस का, बहुत बड़ा ऑफिस है। तो मैनू आन के आखन लगा बी बहन जी जनरल साहब आए हुए हैं, तो वो आपकी बात सुनेंगे। मैं कहा ठीक है। मैं कहा मेरी बात कराओ मेरी। कहने नहीं बहन जी आप तो ना वो बैठ गए मीटिंग पे, तो मीटिंग तो उठेंगे आपकी बात सुनेंगे। बस 2 घंटे मीटिंग चलती रही, उन्हें चलो 4 बज गए 5। मेजर साहब आए, बहन जी बैठो जीप पे चलो। मैं कहा भैया क्या कर रहा, जनरल साहब से बात कराओ, आज 2 दिन हो गया, डेड बॉडियाँ पे संस्कार करना आया। कहना बहन जी चलो। मैं कि भाई साहब मेरी बात तो कराओ जनरल साहब से। कहते बहन जी वो तो गए। हाँ मैं क्या मेन गेट से मैं खड़ी हूँ, वो किधर चल गया, किधरों नहीं। कहना बहन जी एक पीछे से गेट है उधर से गए। देखो एक जनरल साहब मेरी गल नहीं सुनना चाहते। मैं कोई जंग थोड़ी करवाई, मैं तो डेड बॉडियाँ 2 उन्होंने संस्कार करने सी। फिर कहना बहन जी चलो बताओ कहाँ जाऊँगी। मैं क्या भाई साहब मेरे अपने घर छड्ड आओ। ना मैं घर नहीं छड्डन जाऊँगा, मेरी सिविल ड्रेस है तो सिविल गड्डी है, वो तो मैंने जला देंगे, मैं आपका रिश्तेदार हूँ, मैं नहीं जाना घर। मैं क्या चल फिर परेड ग्राउंड ला चल। 2 तरीक रात पै गई उस दिन। वो परेड ग्राउंड लिया, उत्थे खलोती से। उन्हें फिर मेजर जादव ने कहा भी वो नहीं आती, उत्थे परेड ग्राउंड च खलोती है। शाम उधर हो गई सी, तो वो आया मेजर जादव, कहना बहन जी बैठो कर लो चलो मेरे घर। मैं क्या भाई साहब घर कैसे जाऊँ, उत्थे डेड बॉडियाँ पईयां, मैं संस्कार करना, मैं नहीं घर जाना किसी। नहीं कहना बहन जी चलो। मैं क्या मेरे घर छड्ड के आ। कहना ना अगर सुबह लेने गया था आप छोड़ने जाऊँगा, तो वो कहेंगे मैं आपका रिश्तेदार हूँ, तो देख रही है ना वर्दियाँ में तो जल रहे हैं, तो मेरे को जला देंगे, मैं नहीं जाना। फिर मैं थोड़ी जी गर्म हुई भी, जे इतना आपको रास्ता तो लेने को गए थे। फिर वो कहने लगा देखो बहन जी एक कर्नल सी सरदार सी, वो परेड ग्राउंड लिया पर आ जाए भी, वो कर्नल साहब से बोलो, वो कहेगा तो छड्ड आऊँगा। करनल नूं आख्या, वो करनल आंदा उधर दग्गां लगियां मरन रहे ने, तू उत्थे चली फिर ना जा। मैं कहा वेखो भाई साहब मैं सिर्फ तुहानूं आख भी मैनूं उत्थे छड्ड आवे, मैं उधर मरन चली हाँ, बस बेनती आ भी मैनूं इन्हूं आखो छड्ड आवे। वो आंदा साहब भी करनल साहब नूं पता तो मैं छड्डण गया वां, जे मेरी नीकी होवे वो अपनी सेफ्टी कर रहा है। चलो जीप ते फिर बिठा लिया, तो आंदा बहन जी बताओ हुण कहाँ जाऊँगी। मैं कहा भाई साहब जिथों लिया सी उत्थे घर छड्ड के। आंदा घर नहीं जाऊँगा। और बता हूँ इत्थे भेत सारा खोलता है। कहना बहन जी वेखो भाई साहब मेरे भाइयों जैसे थे, तो मैं अपनी रिस्क पे गया था, तो ऊपर से कोई आर्डर नहीं। हूँ इतने मिलिट्री अफसर का उतों आर्डर नहीं, सिखा बचाने का आर्डर ही नहीं सी। एक मिलिट्री अफसर कह रहे। चलो मैं आख्या पुलिस चौकी उतारिया। उन्हें मैंने पुलिस चौकी उतारता। उधरों 7 बजे सी, नेरा होया सी। पुलिस चौकी बैठी हाँ, तो उत्थे दरोगे एक आके प्यासा FIR लिख लियो, तो फिर ये चली जाएगी अपने घर। कहना बहन जी मैं तो नहीं लिखूँगा, SHO साहब आएंगे तो लिखेंगे। तंबू पे बैठ जा। तंबू च बैठ गई थोड़ा चिर, तो मैं फिर तरह कमा भी हूँ मैं गलत थां ते बह गई हाँ। बाद जावा आया तत्ती ओहदा शब्द पढ़ी जावा, दवा दा बाणी पढ़ी जावा, बचा लवी पत बचा लवी, शहीद भावे करा दें। चलो SHO साहब आए। SHO साहब के नाल इतनी भीड़ आई, पूरी चौंकी भर गई, बड़े बड़े जवान मुंडे। भी पार्ट 2 च ना 10 घर अतवादियाँ ने, वो सारे रिटायर मिलिट्री अफसर उन्होंने को है सी असले, भी उनके पास असला भी है। सर उनका क्या करना है। कहते अभी चलो हल्ला करो, हम पीछे आते हैं। चलो वो तो भीड़ नूं कर दिता भी उन्होंने घर ते चल के हल्ला करो, तो आप मगर चलिया सी। तो मैं उन्होंने फिर बुढ़ा जहा दरोगा बैठा जिन्होंने कह गया सी वो मेजर साहब पीर चल जी कर। मैं क्या भाई साहब वो SHO साहब तो बिजी हैं, वो तो FIR लिखेंगे, मैं सुबह आ जाऊँगी।
चल वो मुँह हाँ निकले, मैं शुक्र किया मैं थाने तो बाहर निकली मेरे मगर एक भीड़ पै गई, मारो 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 जे सिख जा रही। मैं कहा मैं अपनी चाले चलती रही, मारना हो तो पिछों मार देंगे। चलो एक ने पता नहीं आवाज़ दी, छोड़ छोड़ क्या मारना है इसको, इसके घर के तो सारे मर गए हैं, बुढ़िया है पे पागल होकर मर जाएगी। चलो मैं अगों फिर तुरी गई, वाहिगुरू करदी तुरी गई। तो जो मैं अपनी कोठी मोड़ना सी, उत्थे पागलों का डेरा इन्ना इकट्ठे होए, हा मैं आखा करना साहब हुण कहते तो ठीक सी, पर चलो हुण तू आ गई। मैं फिर अपने जिथों उतों मोड़नी मुड़ी, फिर जिथे छोटे रस्ते गए थे ना उस रस्ते अपने सामने कोठी मेरे ने मोड़ती सी सड़क, अटैचमेंट होंदी सी एक दूजे सड़कों। उत्थे उत्थे मोड़ ते गई तो फिर एक बड़ा सारा झुंड पै गया, मारो मारो जे कोई सिख जा रही है। तो एक मुंडे ने आवाज़ दी बाहरों, साले इसको मारेगा जे गुरप्रीत की मम्मी है, कोई काली का मुंडा आएगा ना। चलो उत्थों छुट्टी। फिर हुण मैं आखा हुण फिर उन्हें 2 तरीक रात को हज़ार वाट के बल्ब उन्होंने सड़कों के उत्ते लाते, फिर कीड़ी भी जी तुरदी दिसे, फिर कोई सिख रात का नेरा फायदा उठा के भज ना जाए। फिर मैं हुण सोचा भी ये तो हुण डैड बॉडियां ने, मृतक ने, मेरी कोई सहायता नहीं कर सकते, तो हुण की करा। इन्हां दे दफ्तर ना एक नां लैंदे हुंदे सी ओम प्रकाश। जिस तरह तुसी बचदे बचाउंदे घर वापस पहुंच गए सी, ਉਹ ਡੈਡ ਬੋਡੀਆਂ ਦਾ ਸੰਸਕਾਰ ਕਰ ਲਿਆ ਫਿਰ? ना ना अगों तुहानूं दसनी है ना। फिर वो रात सी 2 तरीक की, हज़ार वाट दे बल्ब ते गुंडे फिरदे सी, हक ना मारदे। फिर मैं सोचा भी हुण की करा, ये नां लैंदे दे ओम प्रकाश कोई 4 क्लास का इन्हां दे दफ्तर सी, नां लैंदे दे मैं नां दा पता सी। मैं मरोली रोड नूं तुर पई जिद्दां जाटणियां जियां रजाई जी कच्च च मार के। तो उत्थे भीड़ थोड़ी जी इकट्ठी हुई सी, मैं उन्होंने पूछा, मैं क्या भाई साहब आपके बीच कोई ओम प्रकाश है? वो खड़ा हो गया, हाँ बहन जी मैं हूँ। मैं क्या भाई साहब आपके घर में रात काट लूँ? कहता बहन जी काट लो, फिक्का जा बोलिया। तुर पिया घर नूं लैके मैनू, ते रस्ते च मैनू आखण लगे मझ ते गां रखी सी, वो वड्डा मुंडा हुंदा सी, जिहड़ा छोटा मुंडा इहनूं भलवान बनाउणा वा, वो भी जांदा घाड़ियां च जांदा सी, ते इहनूं झटकणा नहीं, ते मझ गां घर रखी भी इहनूं पाल के ते भलवान बनाउणा। फिर मैंने दस्या रखन लगा भी आपकी भैंस और गाय में खोल लिया। मैं अच्छा किया, डिंगन डईयां सी, ताजियां सूइयां सी। मैं कहा अच्छा किया। उन्हें कोई अद्धा क घंटा अपने अंदर बिठाया होना, तो फिर मैनू वो रजाई मैं जी बिछा के बैठी सी। फिर मैनू आखन लगा भी भैन जी बुरा मत मानियो, एक ना सड़िया जा कमरा से वह रोड के उत्ते दुकान के उत्ते छट्टर लाया, तो वो गाई गुई पाँदा पाथियां पूथियां लाइया सी। कहते उधर बैठ जाओ भी जे मारना आउणगे तो इनू मार के चल जाएंगे, मेरा घर तो ना सड़नगे कि उत्तों तो आर्डर सी घर सड़ो जो सिखा लुकावे। ला हुण मैं उत्थे चल गई जिथे रात को उन्होंने वो 10 घर मारने ने मोरली रोड के उत्ते। सारी रात चीकां की आवाज़ भी ना आउंदी, उत्थे पार्क च लिया के गलां च टायर पा के ते उन्होंने जदों जलाउंदे चीकां की आवाज़ आउंदी, कदी बाहर निकल के वेख लैंदी, फिर वड़ जांदी अंदर। फिर छत्तां दे पता नहीं किहड़ा पाउडर पाउंदे सी, घर के विच वड़ के ते सारे टब्बरां दे टब्बर ही लूटते उत्ते। हुण 3 बजे दी दिन हो गया, 3 तरीक हो गई, 3 दिन हो गए। फिर मैं अपने घर चल गई थी। फिर वाहवा चिरी बारना वाहवा सियाने सियाने आदमी आए, कोई एयरफोर्स से सी, कोई एयरपोर्ट पे लगे अफसर इकट्ठे होकर आ गए, बहन जी 3 दिन हो गए कोई पूछता नहीं, तो अब बताओ क्या करना है इनका। मैं क्या इनका क्या करना है, बाप बेटे को एक जगह पे करो, तो मेरे दरवाजे खिड़कियाँ लकड़ जो भी इतने पुठिया जो बन रही सी इकट्ठी करो, तो इतने चिता बनाओ, रजाई तलाई जो भी बच गया सन तो फर्नीचर इकट्ठा करो, तो इतने चिता बनाओ दरवाजे के अगे। चिता बनाई तो मैनू आखन के बहन जी लोग जो पागल हो गया आपको मारेंगे। थोड़ा चिर तो अज तक छत्ती जी सी, वो चढ़ी तो लुकी। फिर मेरे मनो पता नहीं अंदरों की है भी तू एक मौत तो डर रही है, तू किस प्यो की धी आ, बाजा वाई बेटी, मौतों डर के लुकन रही है, चल निकल बाहर ते अंतम अरदास कर। सिख की अंतम अरदास आ, खलो के अरदास की तो ना चिता अग लाती, ग्रुप जाए मारो मारो इसको बीच में ही फेंको। मैं कहा हाँ फेंको। मैं जिस मरने थे जग रहे
ਮੇਰੇ ਮਨ ਆਨੰਦ ਮਰਨੇ ਹੀ ਤਾਂ ਭਾਈ ਮੈਂ ਕਿਹਾ ਹੁਣ ਇਹਨੂੰ ਰੋ ਕੇ ਨਾ ਦੁਸ਼ਟਾਂ ਨੂੰ ਦੱਸਾਂ ਤੇ मैं कहा मरने से भाई पूर्ण आनंद है हमें, मरने से डरते नहीं हैं हम। बस फिर वो ना सियाने सियाने आखना कि जाओ जाओ सिखो कुमारा वो इसको क्या मारना तुसी। वो चल गया, एक होर ग्रुप आ गया, चुको इन बिच ही सुटो। मैं कहा हाँ सुटो। मैं कहा वेख दो ना पुराना किला कौरवां दा ना, कौरवां दे सी यादवां दे भी उन्होंने पांडवां नूं एक मरला जगह नहीं देने, मैं एक करनाल जगह नहीं देने। मैं कहा वो ढठन दिया वो देख लो कदी कितों ढह के डिगन दिया तो किते लै गए ना चुक के कर है। मैं कहना फिर ये तो स्वर्ग को गए। मैं कहा मेरे को नहीं पता स्वर्ग को गए नर्क को, जी आपको पता है कहाँ भेजे थे जिथे आपने जाना है। पर करद्या फिर संस्कार हो गया। फिर मैं कोठे चढ़ के बैठी, फिर वो सियाने बहन जी वो पागल हो गए, अब आपको ढूंढ रहे हैं। कहते सरदारनी ने सब कुछ देखा, हमें मरवाएगी, मारो उसको। उन्हें फिर मैनू एक पाथियां जिहा कमरा सी उसे ओम प्रकाश के उत्ते लाइया सी उन्हें पाथियां, उन्हें डंगर डुंगर रखे सी। उन्हें पिछे मैनू बिठा के अगे वो लातियां पाथियां भी पाथियां ने कोई नहीं। फिर शाम हुई 3 तरीक नूं ते उन्हें एक कांस्टेबल थी 5-4 उत्ते बैठे थे, एक जीप आई। उस सियाने आदमी आखन लगे भी एक बहन जी है इत्थे, उसको किसी जगह किसी तरह ले जाओ। वो आंदे इत्थे लिया, या नहीं लिया सकते, उत्थे चलो बूहे दे दरवाजे दे अगे खड़ के मैंने जीप च बिठाया। तो उत्ते उत्ते वो आखन लगे बहन जी रजाई ओढ़ लो जिदा कोई मुर्दे लैके जा रहे। चलो उन्हें चलो फिर पुलिस चौंकी ला गए। उन्हें चलो फिर एयरफोर्स के जवान आ गए सी। उस दौरान तुहाडे बच्चे कित्थे सी? बच्चे तो मैं परेड ग्राउंड च तुहानूं दस्सिया 1 तरीक मनेरे 2 तरीक नूं सुੱਟ गई सी। मैं संस्कार करने इन्हों ने मिलिट्री ऑफिस चली गई सी। तो वो फिर उतों भी खाली मुड़ आई, उत्थे भी निराशा मिली, फिर पुलिस तो भी निराशा मिली, लीडर तो निराशा मिली। क्यों असी सिख सी ना, सजाए मौत मिली, सिखा के घर जन्म लैन की सजाए मौत मिली है ना। होर तो दोष नहीं सा, मैं तो हुण भी कोर्टां च भी पुछदी भी दोष तो दसो। इंदिरा गांधी का दोष असी दसन डे हैं तुहानूं भी उन्हें हरमंदर ढाता सी, सिखां की इज्जत आबरू गिरा के मारी सी। तो किसी योधे नूं आ गया अपना आक्रोश जोश, तो उन्हें उन्हें मार दिता है ना। तो सानू तो दसो सजाए मौत कहते पिता से प्यो की सेवा नहीं काम आई, पति की सेवा नहीं काम आई, प्यो की कुर्बानी नहीं काम आई, क्यों सिखां दे घर जन्म लिया सी सजाए मौत मिली है ना। तो इस करके बस फिर एयरफोर्स के जवान लै गए मैनू ये अपनी मिलिट्री सदर बाजार गुरुद्वारा मिलिट्री दे। फिर उत्थे मैं किसी ने पूछा शाम उधर 3 तरीक की रात हो गई भाई, तो उत्थे मैं किसी ने पूछा भी कोई मेजर जादव का घर जानता है। तो एक जवान जहा मुंडा सी कहता हाँ जी मैं MSc काम करना, मैं जानना। वो फिर मैनू मेजर जादव के घर लैके गया। फिर जांदे वेखे बच्चे मेरे वो घर बैठे सी। फिर उत्थे रात जरा कट्टी, तो फिर सवेरे सोचे मैं आख्या मैनू गुरुद्वारे छड्ड आओ। 4 तरीक नूं गुरुद्वारे आ गई। उत्थे मिलिट्री वाले का गुरुद्वारा सी कैंट विच, उन्होंने सर बाजार कहते ने। तो उत्थे मिलिट्री के गुरुद्वारे सी कैंप लगा, उत्थे आ गए। उस तो बाद फिर मेरे वीरां दा एयरफोर्स के गुरुद्वारे दे लागे स्टोर सी बड़ा वड्डा, कंध टप के चल जाइए एयरपोर्ट के नाल। फिर असीं उस गुरुद्वारे चल गए, स्टोर लागे सी। तो फिर जनरल साहब आ गए एक दिन 4-5 दिन के बाद भी अपने घर आप अपने घर मुको जाओ तो हम सिक्योरिटी करेंगे। वो फिर मैं अपने स्टोर च बैठी सी, वो जेडे उत्थे वीर सी वो खल के तुहाडे नाल बीबी जी गल करदे ने, खलो जाओ। खलोती मैं आई तो मैं जनरल साहब ने पूछा, मैं कहा हाँ बताओ। कहना आप अपने घर जाओ हम सिक्योरिटी करेंगे। मैनू चढ़ गया गुस्सा, मैं कहा आप सिक्योरिटी करेगा तू? तेरे कोल लैन गई 2 डेड बॉडियां तो तेन डराउंदियां सी, संस्कार करने वास्ते तू मेरे पिछों दी लंघ गया गेट दे, तो हूँ सिक्योरिटी करेगा? मैं मंगा अपनी घर बना दे, जड़ियाँ बेटियां बचा के ले आए उठा के ले जाएंगे। तो ना एयरफोर्स जवान सी बड़े सरदार अफसर ना बहुत सी, वो फिर छेम कर ला पे छेम। तो मैनू ला अखा कढ़ के कहना तू आनी मैं पंजाब जाऊँगी। मैं कहा हाँ मैं कहनी पंजाब जाऊँगी। कहना आपको ये मालूम नहीं है भाई उधर भी हमारा ही राज है। मैं तू मेरे को बेवकूफ़ समझदा है, तेरा ही राज है। मैं तू मैनू एक जनानी नूं एडा वड्डा तू जनरल फौजां दा मालक ते तू मैनू अंबरसर मारन जाएगा? तो मैं तो तेरे सामने खड़ी हाँ, गोली मार है। फिर बड़ा गुस्सा चढ़िया, वो छेम करते
ਉਹਨੂੰ ਗੁੱਸਾ ਚੜਿਆ, ਉਹਨੇ ਜਾਂਦੇ ਆਰਡਰ ਕਰ ਦਿੱਤੇ ਵੀ ਕੰਟੋਨਮੈਂਟ ਏਰੀਏ 'ਚ ਸਿਵਲ ਲੱਗ ਨਹੀਂ ਸਕਦਾ ਕੈਂਪ, ਬਗਾਵਤ ਹੋ ਜਾਣੀ ਹੈ। ਇਹ ਆਰਡਰ ਆ ਗਏ, ਹੁਣ ਕੱਢੋ ਇੱਥੋਂ। ਫਿਰ ਬਾਬਾ ਜੀ ਨੂੰ ਪਤਾ ਲੱਗ ਗਿਆ, ਬਾਬਾ ਹਰਪੰਤ ਸਿੰਘ ਨੂੰ, ਉਹਨਾਂ ਨੂੰ ਆਰਡਰ ਆ ਗਿਆ ਉੱਥੇ ਕੱਢਣ ਦੇ। ਉਹਨਾਂ ਟਰੱਕ ਭੇਜ ਦਿੱਤਾ ਛੇ ਵੀ ਸਾਡੀਆਂ ਧੀਆਂ ਅਸੀਂ ਕਿਤੇ ਚੜਾ ਕੇ ਲਿਆਓ, ਟਰੱਕ 'ਤੇ ਚੜਾ ਲਿਆਓ ਸਾਰੇ। ਫਿਰ ਰਹੀਆਂ ਬਾਬਾ ਮਹੀਨਾ ਕੁ ਕੈਂਪ 'ਚ। ਫਿਰ 12 ਦਸੰਬਰ 1984 ਨੂੰ ਮੈਂ ਦਰਬਾਰ ਸਾਹਿਬ ਆ ਗਈ ਸੀ ਸਰਾਂ 'ਚ। ਇੱਥੋਂ ਫਿਰ ਜ਼ਿੰਦਗੀ ਸ਼ੁਰੂ ਹੋਈ। ਅਤੇ ਨਾਲ ਹੀ ਫਿਰ ਉਹ ਜਿਹੜੀ FIR ਉਹਨਾਂ SHO ਨੂੰ ਮੈਂ ਆਖਿਆ ਸੀ ਮੇਰੀ FIR ਲਿਖ ਦੇ, ਮੈਨੂੰ ਧਮਕੀਆਂ ਦਿੰਦਾ ਆਂਦਾ ਜਿनके नाम लिखा रही हो वो पता कौन है, आप दूसरा परिवार कहाँ ले जाएगी। ਜਰਨਲ ਤੁਹਾਨੂੰ ਇਹ ਗੱਲ ਕਹਿ ਰਹੇ? ਨਾ SHO ਜਦੋਂ ਮੈਂ 3 ਤਰੀਕ ਨੂੰ ਮੈਨੂੰ ਫੇਰ ਲੈ ਕੇ ਗਏ ਨੇ ਤੇ ਮੈਂ ਕਿਹਾ ਮੇਰੀ FIR ਲਿਖੋ। ਜਦੋਂ ਲਿਖਣ ਤੇ ਉਹ ਮੈਨੂੰ ਧਮਕੀ ਦਿੰਦਾ ਸੀ ਵੀ जिनके नाम लिखा रही हो होश में हो ना, तो वो पता कौन है। मैं क्या कौन है, कातिल है और कौन है, तू लिख। नहीं लिखिਆ। ਉਹ 2 ਅੱਖਰ ਲਿਖ ਕੇ ਤੇ ਮੇਰੇ ਸਾਈਨ ਕਰਾ ਕੇ 2 ਕਾਗਜ਼ਾਂ ਤੇ ਮੋਹਰ ਲਾ ਕੇ ਮੇਰੇ ਹੱਥ 'ਚ ਫੜਾ ਦਿੱਤੇ। ਬਸ ਸਾਰਾ ਸੂਟ ਲੈਮੀਨੇਸ਼ਨ ਕਰਾ ਕੇ ਆਇਆ। ਮੈਂ ਤਾਂ ਲੜਨਾ ਸੀ, ਉਹ ਤਾਂ ਹੀ ਤੇ ਉਮਰ ਕੈਦ ਹੋਏ। ਉਹਨਾਂ ਨੂੰ ਰਾਜੇ ਨੂੰ ਉਮਰ ਕੈਦ ਕਰਾਉਣੀ ਸੌਖਾ। ਮੈਂ ਤਾਂ ਸਬੂਤ ਇੰਨੇ ਇਕੱਠੇ, ਫਿਰ ਮੈਂ ਇੱਥੇ ਆਣ ਕੇ 85 'ਚ ਐਫੀਡੇਵਿਟ ਘੱਲਿਆ, ਰੰਗਾਨਾਥ ਮਿਸਰਾ ਕਮਿਸ਼ਨ ਬੈਠਾ। ਫਿਰ ਕੁਛ ਨਹੀਂ, ਉਹਨੂੰ ਰਾਜ ਸਭਾ ਦਾ ਮੈਂਬਰ ਬਣਾਤਾ, ਉਹਨੇ ਕੋਈ ਗੱਲ ਨਹੀਂ ਕੀਤੀ ਸੁਣੀ। ਉਸ ਤੋਂ ਬਾਅਦ ਫਿਰ ਨਾਨਾਵਤੀ ਕਮਿਸ਼ਨ ਬੈਠਾ 2000 'ਚ। ਫਿਰ ਮੈਂ ਐਫੀਡੇਵਿਟ ਇੱਥੋਂ ਘੱਲਿਆ। ਫਿਰ ਐਫੀਡੇਵਿਟ ਜਦੋਂ ਬਸ ਉੱਥੇ ਅਗਵਾਈ ਦੇ ਕੇ ਆਈ, ਰਾਏ ਕਰਾਇਆ ਜਾਂਦੀ ਸੀ ਚੁੱਪ ਕੇ, ਨਹੀਂ ਤਾਂ ਮੈਨੂੰ ਤਾਂ ਮਾਰ ਕੇ ਉੱਧਰ ਮਾਰਨਗੇ। ਮਾਤਾ ਜੀ, ਬਿਨਾਂ ਪਤੀ ਤੋਂ ਫਿਰ ਤੁਸੀਂ ਆਪਣੇ ਬੱਚਿਆਂ ਦਾ ਕਿਸ ਤਰ੍ਹਾਂ ਜੀਵਨ ਬਸਰ ਕੀਤਾ? ਕਿਸ ਤਰ੍ਹਾਂ ਅੱਗੇ ਤੁਸੀਂ ਕੇਸ ਵੀ ਲੜੇ, ਤੁਸੀਂ ਸੰਘਰਸ਼ ਵੀ ਕੀਤਾ ਤੇ ਪਿੱਛੇ ਪਰਿਵਾਰ ਨੂੰ ਵੀ ਕਿਸ ਤਰ੍ਹਾਂ ਪਾਲਿਆ? ਫਿਰ ਮੈਂ ਅਸੀਂ ਮਰਦਾਂ ਵਿੱਚ ਜੁੱਤੀ ਪਾਈ ਤੇ ਆਪਣੇ ਆਪ ਨੂੰ ਕੋਲੂ ਦਾ ਬੈਲ ਸਮਝ ਲਿਆ ਸੀ ਵੀ ਲੜਨਾ ਵੀ ਆ ਤੇ ਇਹ ਜੀਵਕਾ ਵੀ ਇਹਨਾਂ ਦੀ। ਫਿਰ ਮੈਂ ਕਾਫੀ ਵੱਡੇ ਘਰਾਣੇ ਦੀ ਸੀ ਤੇ ਮੈਨੂੰ ਸਾਰੇ ਆਂਦੇ ਅੱਜ। ਮੈਂ ਕਿਹਾ ਨਾ, ਮੈਂ ਨਹੀਂ ਜਾਣਾ। ਦੂਸਰਾ ਮੇਰਾ ਘਰ ਤੋਂ ਉਜੜਿਆ, ਮੈਂ ਦੂਸਰਿਆਂ ਦਾ ਕਿਉਂ ਜਾਣਾ। ਮੈਂ ਇੱਥੇ ਰਹਿਣਾ। ਗੁਰੂ ਰਾਮਦਾਸ ਦੀ ਨਗਰੀ ਤੋਂ ਉਜੜੇ ਆ ਅਕਾਲ ਤਖਤ। ਜਿਹਦੇ ਘਰ ਬਣ ਗਿਆ ਵਸ ਗਈ ਤੇ ਠੀਕ ਹੈ, ਨਹੀਂ ਤੇ ਮੈਂ ਗੁਰੂ ਰਾਮਦਾਸ ਦੇ ਭਾਂਡੇ ਮਾਂਜ ਲੈਣੇ, ਮੈਂ ਕਿਸੇ ਦੇ ਘਰ ਨਹੀਂ ਜਾਣਾ। ਫਿਰ ਬਸ ਹੌਲੀ ਹੌਲੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਉਹ ਦਿੱਲੀ ਦੀ ਘਰ ਤੇ ਸੜ ਗਏ ਸੀ, ਕੋਠੀਆਂ ਦੇ ਜਗ੍ਹਾ 'ਤੇ ਹੈਗੀਆਂ ਹੀ ਸੀ। ਫਿਰ ਹੌਲੀ ਹੌਲੀ ਇੱਥੇ ਪਹਿਲਾਂ ਨੌਕਰੀ ਵੀ ਕੀਤੀ ਥੋੜ੍ਹੀ ਜਿਹੀ। ਫਿਰ ਨੌਕਰੀ ਤੋਂ ਬਾਅਦ ਫਿਰ ਮੈਨੂੰ ਇੱਕ ਰੂਟ ਪਰਮਿਟ ਲਿਆ ਮੈਂ ਵੀ ਮਿੰਨੀ ਬੱਸ ਦਾ। ਫਿਰ ਉਹ ਕਰਜ਼ਾ ਚੁੱਕੇ। ਉਹ ਫਿਰ ਉਹ ਨਾ ਕਿਸ਼ਤ ਹੋਣੀ, ਨਾ ਰੋਟੀ ਖਾਣੀ, ਉਹ ਇੱਕ ਮਿੰਨੀ ਬੱਸ ਕੁਛ ਵੀ ਨਾ ਕਰੇ। ਫਿਰ ਚਲੋ ਕਰਜ਼ਾ ਉਤਾਰ ਲਿਆ ਥੋੜ੍ਹਾ ਜਿਹਾ। ਫਿਰ ਉਹ ਮਿੰਨੀ ਬੱਸ ਵੇਚ ਦਿੱਤੀ ਵੀ ਅਤੇ ਗੌਰਮੈਂਟ ਫੜ ਲਏਗੀ ਅਤੇ ਫਿਰ ਮੇਰਾ ਪੈਸਾ ਐਵੇਂ ਜਾਏਗਾ। ਅਤੇ ਉਹ ਬੱਸ ਵੀ ਖਾਣ ਲੱਗ ਪਈ। ਫਿਰ ਉਹ ਵੇਚ ਕੇ ਅਤੇ ਸਸਤੀ ਜੀ ਇੱਥੇ ਮੈਂ ਬਣਾਇਆ ਸੀ ਇੱਕ ਟਰੱਸਟ, ਨੋ ਲਾਸ ਨੋ ਪ੍ਰਾਪਰਟੀ, ਸਿੱਖ ਮਾਈਗ੍ਰੇਟ ਸੁਸਾਇਟੀ। ਉਹਦੇ 'ਚ ਫਿਰ ਇੱਥੇ ਕਿਸੇ ਦੇ ਜਗ੍ਹਾ ਮੁੱਲ ਕਰ ਲਿਆ ਵੀ ਨੋ ਲਾਸ ਨੋ ਪਲਾਟ, ਅਤੇ ਸਿੱਧੇ ਕਰਾ ਦਈ ਸੀ। ਅਤੇ ਫਿਰ ਉਹਦੇ 'ਚੋਂ ਮੈਂ ਵੀ ਇੱਕ ਕਿਸ਼ਤਾਂ 'ਤੇ ਲੈ ਲਿਆ 27,000 ਦਾ ਆਇਆ ਸੀ ਪਲਾਟ। ਹਾਂ, ਉਦੋਂ ਫਿਰ ਹੌਸਪਿਟਲ ਤੋਂ ਕਰਜ਼ਾ ਲਿਆ। 20 ਸਾਲ ਮੈਂ ਕਰਜ਼ਾ ਲਾਉਂਦੀ ਰਹੀ। ਫਿਰ ਕਿਉਂਕਿ ਉਹਨਾਂ ਮੈਨੂੰ ਆਖਿਆ, ਜਦੋਂ ਮੈਂ ਆਖਿਆ ਸੀ ਨਾ ਬਾਹਰ, ਇੱਕ ਆਂਦੀ ਸੀ ਮੈਂ ਇੰਦਰਾ ਗਾਂਧੀ ਦੀ ਬੇਟੀ ਹੈ, ਜਦੋਂ ਮੈਂ ਬਾਹਰ ਨਿਕਲ ਕੇ ਆਖਿਆ ਬहन जी क्या करा रहे हो, कहनी आराम से बैठ जा, आराम से बैठ जा, अब तू सरदारनी नहीं हो, हमारे घरों के बर्तन साफ करोगी तो सड़क पे बैठ के मांगोगी। मैं कहा अच्छा ये बात है, फिर ठीक है। ਕਰਤੂਤ ਸੀ ਉਹਨਾਂ ਦੀ। ਸਾਨੂੰ ਮੰਗਾਉਣਾ ਚਾਹੁੰਦੇ ਸੀ ਸੜਕ 'ਤੇ ਵੀ ਸਾਡੇ ਆਰਥਿਕ ਤੰਗੀ ਆਦਮੀ ਮਾਤੇ ਕਮਾਉਣ ਆਏ, ਘਰ ਬਾਹਰ ਸਾੜਤੇ। ਉਹ ਸਾਨੂੰ ਮਤਲਬ ਉਹਨਾਂ ਦੀ ਕਰਤੂਤ ਸੀ, ਮੰਗਾਉਣਾ ਚਾਹੁੰਦੇ। ਹੁਣ ਜਦੋਂ ਦਿੱਲੀ ਦੀ ਪ੍ਰੈਸ ਆਉਂਦੀ ਹੈ ਨਾ, ਮੈਂ 3-4 ਵਾਰੀ ਲੈਂਟਰ ਪਾਇਆ ਕਮਰੇ ਜਦੋਂ ਕਮਾਉਂਦੀ। ਫਿਰ ਰਾਤ ਦਿਨ ਮੈਂ ਕਮਾਉਂਦੀ ਸੀ, ਜੋ ਵੀ ਮੈਨੂੰ ਕੰਮ ਲੱਭਦਾ ਮੈਂ ਕਰ ਲੈਂਦੀ। ਬੱਚਿਆਂ ਨੂੰ ਸਵੇਰੇ ਸਕੂਲੇ ਘੱਲਣਾ ਹੁੰਦਾ ਸੀ, 100-200 ਰੁਪਈਆ ਉਹ ਵੀ ਕਮਾਉਣਾ ਹੁੰਦਾ ਸੀ, ਸਵੇਰੇ ਸਕੂਲੇ ਘੱਲਣਾ ਹੁੰਦਾ ਸੀ। ਫਿਰ ਬੱਸ ਵੇਚ ਦਿੱਤੀ, ਉਹਦੇ 'ਚੋਂ ਪ੍ਰਾਫਿਟ, ਕਰਜ਼ਾ ਲੱਥ ਗਿਆ, ਥੋੜ੍ਹਾ ਪ੍ਰਾਫਿਟ ਹੋ ਗਿਆ। ਫਿਰ ਮੈਂ ਘਰ ਬਣਾਉਣਾ, ਹੌਸਪਿਟਲ ਤੋਂ ਵੀ ਲਿਆ ਕਰਜ਼ਾ, ਘਰ ਬਣਾਉਣਾ ਸ਼ੁਰੂ ਕੀਤਾ। ਅਤੇ ਬੱਚਿਆਂ ਨੂੰ ਤਾਂ ਮੈਂ ਬਹਾਨਾ ਕਰਕੇ ਜਾਂਦੀ, ਜਾਣ ਨਹੀਂ ਦਿੰਦੇ ਬੱਚੇ ਜਦੋਂ ਅਗਵਾਈ ਦੇਣ ਜਾਂਦੀ ਜਾਂ ਵੀ ਲੜਦੀ ਹੈ। ਮੈਂ ਦੱਸੋ ਉੱਥੇ ਸਾਡਾ ਬੜਾ ਖਿਲਾਰਾ ਨਾ ਬੇਟੇ, ਮੈਂ ਉੱਥੇ ਨਹੀਂ ਜਾ ਰਹੀ। ਉਹ ਆਂਦੇ ਸੀ ਸਾਨੂੰ ਮਾਰ ਕੇ ਜਾਓ, ਤੁਹਾਨੂੰ ਉਹਨਾਂ ਆਉਣ ਨਹੀਂ ਦੇਣਾ, ਸਾਡਾ ਕੋਈ ਰਹਿ ਨਹੀਂ ਜਾਣਾ। ਫਿਰ ਮੈਂ ਨਹੀਂ, ਮੈਂ ਤਾਂ ਫਲਾਣੀ ਕੰਮ ਚੱਲੀ ਤਾਂ ਡੈਡੀ ਦੇ ਦਫ਼ਤਰ ਚੱਲੀ, ਉੱਥੋਂ ਆਈ ਹੈ ਚਿੱਠੀ, ਉੱਥੇ ਚੱਲੀਆਂ। ਫਿਰ ਰਾਤ ਹਨੇਰੇ ਕਰਾਈ ਕਦੀ ਟਿਕਟ ਬੁੱਕ ਨਹੀਂ ਕਰਾਉਂਦੀ ਸੀ ਵੀ ਰਿਕਾਰਡ ਬਣ ਜਾਏਗਾ। ਫਿਰ ਰਾਤ ਨੂੰ ਫਰੰਟੀਅਰ 'ਤੇ ਬੈਠ ਜਾਂਦੀ, ਉਹ 7 ਵਜੇ ਪਹੁੰਚ ਜਾਂਦੀ ਉੱਥੇ।
ਇਸ਼ਨਾਨ ਕਰਦੀ, ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਬੈਠ ਕੇ ਬੇਨਤੀ ਕਰਦੀ, ਫਿਰ ਕਮਿਸ਼ਨ ਦੇ ਜਾ ਕੇ ਅਗਵਾਈ ਦੇ ਕੇ ਫਿਰ ਦੁਪਹਿਰ ਦੀ ਗੱਡੀ ਫੜੀ ਕੇ ਬੱਚੇ ਆਣ ਕੇ ਮੈਂ ਸਕੂਲੇ ਘੱਲਣੇ ਹੁੰਦੇ ਸੀ। ਫਿਰ ਦੁਪਹਿਰ ਦੀ ਸ਼ਾਮ ਨੂੰ 9 ਵਜੇ ਇੱਥੇ ਪਹੁੰਚ ਜਾਣਾ, ਘਰ ਆ ਕੇ ਦੂਜੇ ਦਿਨ ਬੱਚਿਆਂ ਨੂੰ ਬੜਾ ਔਖਾ ਸੀ ਸਮਾਂ। ਪਰ ਪਤਾ ਨਹੀਂ ਉਹ ਨਾ ਮੇਰੇ ਵਾਜਾਂ ਵਾਲਾ ਫਿਰਦਾ ਸੀ, ਮੈਨੂੰ ਨਹੀਂ ਸਮਝ। ਦੱਸਿਆ ਜਾਂਦਾ ਕਿ ਜਿੰਨੇ ਵੀ 1984 ਦੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਇਹ ਸਾਰਾ ਸੰਤਾਪ ਭੋਗਿਆ, ਉਹਨਾਂ ਦੀ ਬਾਂਹ ਇੱਥੋਂ ਦੇ ਜਥੇਬੰਦੀਆਂ ਨੇ, ਕਈ ਜਿੱਦਾਂ ਕਿ ਲੀਡਰ ਨੇ, ਸਿੱਖ ਕੌਮ ਦੇ ਲੀਡਰ ਨੇ, ਉਹਨਾਂ ਨੇ ਸਾਥ ਦਿੱਤਾ। ਕਿ ਤੁਹਾਡਾ ਵੀ ਕਿਸੇ ਨੇ ਸਾਥ ਦਿੱਤਾ ਸੀ? ਕਿਸੇ ਦਾ ਕਿੱਦਾਂ ਦਿੱਤਾ ਸਾਥ? ਮੈਨੂੰ ਦੱਸੋ। ਜਿਹੜੀਆਂ ਵਿਧਵਾ ਕਲੋਨੀ 'ਚ ਬੈਠੀਆਂ ਨੇ ਉਹਨਾਂ ਦੇ ਇੰਨੇ ਮੰਦੇ ਹਾਲ ਨੇ, ਉਹਨਾਂ ਦੇ ਉੱਤੇ ਦਰਵਾਜ਼ੇ, ਚਲੋ ਮੈਂ ਤੇ ਹਿੰਮਤ ਕਰਕੇ ਕੁਛ ਮੇਰੀ ਥੋੜ੍ਹੀ ਜ਼ਮੀਨ ਵੀ ਹੈਗੀ ਸੀ ਇੱਥੇ, ਗੁਰਦਾਸਪੁਰ ਜ਼ਿਲ੍ਹੇ ਨਾਲ ਲਿੰਕ ਹੈ ਮੈਂ, ਤਾਂ ਉੱਥੇ ਮੇਰੀ ਜ਼ਮੀਨ ਵੀ ਥੋੜ੍ਹੀ ਬਹੁਤੀ ਹੈਗੀ ਸੀ। ਉਹਨਾਂ ਵਿਚਾਰੇ ਜਿਨ੍ਹਾਂ ਦੇ ਉਹਨਾਂ ਮੰਦੇ ਹਾਲ ਜਾ ਕੇ ਵੇਖਣਾ ਦੇ ਇੱਥੇ ਘਰ ਵੀ ਢੱਠਣ ਡਏ ਨੇ। ਅਤੇ ਹੁਣ ਮੈਂ ਇੱਥੇ ਬੱਚੇ ਲਿਆਂਦੇ ਨੇ, ਮਾਲੀ ਇੱਕ ਗਰੁੱਪ ਬਣਾ ਕੇ ਬਣਾਉਣ ਡਏ ਆ ਵੀ ਉਹਦੇ ਵਿਚਾਰੀਆਂ ਨੂੰ ਅੱਬ ਤੇ ਨੌਕਰੀ ਨਹੀਂ ਵੀ, ਤੇ 4 ਦੀ ਦਿੱਤੀ ਵੀ, ਤੇ ਉਹਨਾਂ ਨੂੰ 20-25 ਕਿਲੋਮੀਟਰ 7 ਵਜੇ ਨਿਕਲ ਜਾਂਦੀ ਹੈ, 7 ਵਜੇ ਘਰ ਆਉਂਦੀ ਹੈ। ਤੇ ਜਿਹੜੇ ਬੱਚੇ ਬਚ ਗਏ ਸੀ ਉਹ ਅਮਲੀ ਹੋ ਗਏ, ਉਹਨਾਂ ਦੇ ਬੱਚੇ ਹੁਣ ਇਠਮਾਲੀ ਲਿਆ ਕੇ ਪੜ੍ਹਾਉਂਦੇ ਆ ਕੁਛ ਲਿਆ ਕੇ। ਤੇ ਕਿੰਨਾ ਸਮਾਂ ਤੁਸੀਂ ਸੰਘਰਸ਼ ਕੀਤਾ ਆਪਣੇ ਇੱਕ ਇਨਸਾਫ ਦੇ ਲਈ? ਨਹੀਂ, ਮੈਂ 28 ਸਾਲ ਬਾਅਦ ਥੋੜ੍ਹੇ ਲੋਕਾਂ ਨੂੰ, ਇੱਕ MLA ਸੀ, ਇੱਕ ਕੈਪਟਨ ਸੀ, ਉਮਰ ਕੈਦ ਹੋਈ ਸੀ 28 ਸਾਲ। ਤੇ ਉਦੋਂ ਬਾਅਦ ਫਿਰ ਮੈਂ ਹਾਈ ਕੋਰਟ ਵਿੱਚ ਕੇਸ ਪਾਇਆ ਸੱਜਣ ਕੁਮਾਰ ਦੇ ਵੀ, ਜਿਹੜਾ ਅਸਲ ਦੋਸ਼ੀ ਸੀ ਉਹ ਤੇ ਤੁਸੀਂ ਛੱਡ ਦਿੱਤਾ। ਫਿਰ 7 ਸਾਲ ਕੇਸ ਚੱਲਿਆ ਹਾਈ ਕੋਰਟ 'ਚ, ਮੇਰੀ ਲੱਤ ਟੁੱਟ ਗਈ ਸੀ, ਮੈਂ ਵੀਲ ਚੇਅਰ 'ਤੇ ਜਾਂਦੀ ਹੁੰਦੀ ਸੀ। ਤੇ ਉਹ 7 ਸਾਲ ਬਾਅਦ ਹੁਣ 2018 ਵਿੱਚ ਉਹਨੂੰ ਉਮਰ ਕੈਦ ਮਿਲੀ, ਤੇ ਕੁਛ ਆਪਣੀ ਮੌਤ 'ਤੇ ਮਰ ਗਈ। ਫਿਰ ਮੇਰਾ ਮਨ 'ਚ ਇਹ ਸੀ ਵੀ ਚਾਹੇ ਕੁਛ ਵੀ ਹੋ ਜਾਏ, ਮੈਨੂੰ ਫਿਰ ਕਰੋੜਾਂ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ, ਕਦੀ 2 ਕਰੋੜ ਲੈ ਲਓ, ਕਦੀ 8 ਕਰੋੜ ਲੈ ਲਓ, ਕਦੀ ਪੰਚਕੂਲੇ ਪਲਾਟ। ਫਿਰ ਅਸੀਂ ਆਖਿਆ ਕਿਉਂ ਕੌਮੀ ਲੜਾਈ ਆ, ਅਸੀਂ ਕੌਮ ਨੂੰ ਮੂੰਹ ਕੀ ਵਿਖਾਵਾਂਗੇ। ਆਖਣਗੇ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜੇ ਦੇਸ਼ 'ਚ ਆਖੋ ਤੁਹਾਨੂੰ ਪੱਕਿਆਂ ਕਰਾ ਦਿੰਦੇ ਆ, ਤੁਸੀਂ ਸੈੱਟ ਹੋ ਜਾਓ, ਤੁਸੀਂ ਇੱਥੇ ਰਹੋ ਹੀ ਨਾ। ਮੈਂ ਕਿਹਾ ਤੁਸੀਂ ਹੁਣ ਮੇਰੇ ਬੇਟੇ ਨੇ ਆਖਿਆ 100 ਕਰੋੜ ਦਿਓ, ਤੇ ਅਗਵਾਈ ਤੇ ਵੀ ਦੇਣੀ, ਕਿਉਂਕਿ ਸਜ਼ਾਵਾਂ ਕੋਰਟਾਂ ਨੇ ਦੇਣੀਆਂ, ਉਹ ਤਾਂ ਮੈਂ ਨਹੀਂ ਦੇਣੀ। ਬਾਕੀ ਜਿਹੜਾ ਅਕੀਦਾ ਵਾ ਉਹ ਪੈਸਿਆਂ ਨਾਲ ਕੋਈ ਖਰੀਦਿਆ ਨਹੀਂ ਜਾਂਦਾ, ਕਿਸੇ ਦੀ ਕੋਈ ਅਣਖ ਨੂੰ ਖਰੀਦ ਨਹੀਂ ਸਕਦਾ। ਕਿਉਂਕਿ ਮੈਨੂੰ ਆਰਮੀ 'ਚੋਂ ਥੋੜ੍ਹੀ ਜਿਹੀ ਪੈਨਸ਼ਨ ਮਿਲਦੀ ਹੈ, ਮੈਂ ਉਹਦੇ ਨਾਲ ਰੋਟੀ ਖਾ ਲੈਂਦੀ ਹੈ ਨਾ। ਮੈਂ ਬਿਜ਼ਨਸ ਵੀ ਕਰਦੀ ਰਹੀ ਹਾਂ, ਦੌੜ ਭੱਜ ਕੇ, ਜਿੱਦਾਂ ਵੀ ਘਾਟਾ ਪਿਆ ਵਾਧਾ ਪਿਆ, ਫਿਰ ਵੇਚ ਕੇ ਫਿਰ ਛੱਤ ਵੀ ਬਣਾ ਲਈ ਸੀ। 20 ਸਾਲ ਦੇ ਬਾਅਦ ਇਹਦਾ ਕਰਜ਼ਾ ਲਾਉਂਦੀ ਰਹੀ ਹਾਂ, ਕਦੀ ਪੱਤੀ ਵੇਚ, ਪਤਾ ਨਹੀਂ ਕੀ ਕੀਤਾ, ਪਰ ਢੱਕ ਕੇ ਸਰਦਾਰ ਨਹੀਂ ਬਣ ਕੇ। ਹਾਂ, ਮਿਹਨਤ ਕੀਤੀ ਬੜੀ। ਤੇ ਮਾਤਾ ਜੀ ਹੁਣ ਵੀ ਜਦੋਂ ਨਵੰਬਰ ਦਾ ਮਹੀਨਾ ਆਉਂਦਾ, ਜਦੋਂ ਵੀ ਨਵੰਬਰ ਦਾ ਮਹੀਨਾ ਸ਼ੁਰੂ ਹੁੰਦਾ, ਤਾਂ ਤੁਹਾਡੇ ਜ਼ਖਮ ਉਸੇ ਤਰ੍ਹਾਂ ਹੀ ਤਾਜ਼ਾ ਹੋ ਜਾਂਦੇ? ਨਹੀਂ, ਰੋਜ਼ ਜ਼ਖਮ ਤਾਜ਼ਾ ਨੇ, ਨਵੰਬਰ 'ਚ ਥੋੜ੍ਹੀ ਆ। ਜਦੋਂ ਸਾਨੂੰ ਮੁਸੀਬਤਾਂ ਪਈਆਂ, ਤੁਰੇ ਫਿਰਦੇ ਸੀ, ਜ਼ਖਮ ਤੇ ਉਦੋਂ ਹੀ ਨਸੂਰ ਬਣ ਚੁੱਕੇ ਸੀ। ਉਨੀ ਇਤਿਹਾਸ ਤੇ ਹਿਟਲਰ ਨੂੰ ਆਨਣਾ, ਹਿਟਲਰ ਨੂੰ ਮਾਤ ਪਾਏਗਾ, ਤੇ ਔਰੰਗਜ਼ੇਬ ਵੀ ਪਿੱਛੇ ਰਹਿ ਗਿਆ, ਸਭ ਤੋਂ ਉੱਪਰ ਆਏਗਾ। ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ, ਮੇਰੇ ਖਿਆਲ ਹਿਟਲਰ ਨੇ ਗੈਸਾਂ ਤੇ ਨਹੀਂ ਭੁੰਨਿਆ ਸੀ, ਇੱਕ ਦਿਨ ਦਾ ਬੱਚਾ ਵੀ ਨਹੀਂ ਮਾਰਿਆ ਸੀ। ਔਰੰਗਜ਼ੇਬ ਨੇ ਵੀ ਇੱਕ ਸਾਕਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਵੀ ਇੱਕ ਬੀਬੀ ਨੂੰ ਪਾਰ ਕੇ ਪਤੀ ਮਾਰਤਾ, ਸਹੁਰਾ ਮਾਰਤਾ, ਦਿਓਰ ਮਾਰ ਦਿੱਤਾ। ਭਜਨਪੁਰੇ ਦੀ ਗੱਲ ਆ। ਤੇ ਉਹਨੂੰ ਪਾਰਕ 'ਚ ਢੂਕ ਲੈ ਗਏ, ਤੇ ਗਰਭਵਤੀ ਸੀ, ਨਵੇਂ ਉਹਦੇ ਰਾਡਾਂ ਪਾ ਕੇ ਅੰਦਰੋਂ ਬੱਚਾ ਕੱਢਿਆ ਵੀ ਇਹ ਅੱਤਵਾਦੀਆਂ ਨੂੰ ਜਨਮ ਦਿੰਦੀਆਂ ਨੇ। ਸੋ ਦਰਸ਼ਕੋ, ਜਦੋਂ ਵੀ ਨਵੰਬਰ ਮਹੀਨਾ ਆਉਂਦਾ ਤਾਂ ਇਸੇ ਤਰ੍ਹਾਂ ਦੀ ਪਤਾ ਨਹੀਂ ਕਿੰਨੀਆਂ ਹੀ ਮਾਤਾਵਾਂ, ਬੀਬੀਆਂ ਤੇ ਬੱਚੇ ਨੇ ਜਿਨ੍ਹਾਂ ਦੇ ਜ਼ਖਮ ਤਾਜ਼ਾ ਹੋ ਜਾਂਦੇ ਨੇ। ਇਹ 84 ਨਾ ਭੁੱਲਣਯੋਗ ਅਤੇ ਨਾ ਹੀ ਬਖਸ਼ਣਯੋਗ ਹੈ। ਇਸ ਤਰ੍ਹਾਂ ਦੇ ਅੱਗੇ ਵੀ ਜਿਨ੍ਹਾਂ ਦੇ ਨਾਲ ਸਿੱਖ ਕਤਲੇਆਮ ਵਾਪਰਿਆ, ਜਿਨ੍ਹਾਂ ਨੇ ਆਪਣੇ ਅੱਖੀ ਦੇਖਿਆ, ਹੱਡੀ ਹਢਾਇਆ, ਇੱਦਾਂ ਦੀਆਂ ਸ਼ਖਸੀਅਤਾਂ, ਇੱਦਾਂ ਦੇ ਰੱਬੀ ਰੂਹਾਂ ਤੁਹਾਡੇ ਨਾਲ ਜ਼ਰੂਰ ਪੇਸ਼ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਟੌਪ ਟੀਵੀ ਕੈਨੇਡਾ ਦੇ ਨਾਲ। ਤਾਜ਼ਾ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।